ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। उस वक्त जो संत जरनैल सिंह खालसा की चढ़त सी उन्होंने वेले की हुकूमत सहार नहीं सकी, क्योंकि वो एक ऐसा मर्द सी जिहड़ा हक सच और इंसाफ की लड़ाई लड़दा सी। ਉਹਦੇ ਕੋਲ ਹਿੰਦੂ ਆਵੇ, ਮੁਸਲਮਾਨ ਆਵੇ, ਸਿੱਖ ਆਵੇ, ਈਸਾਈ ਆਵੇ, ਬੋਧੀ ਆਵੇ, ਜੈਨੀ ਆਵੇ, ਕੋਈ ਵੀ ਆਵੇ, ਉਹ ਉਹਦਾ ਦੁੱਖ ਦਰਦ ਤਕਲੀਫ ਸੁਣ ਕੇ ਹੱਲ ਕਰਨ ਦਾ ਯਤਨ ਕਰਦੇ ਸੀ। ਉਸ ਤੋਂ ਬਾਅਦ ਜਿਹੜੀਆਂ ਹਕੂਮਤਾਂ ਨੇ ਇਹ ਉਹਨਾਂ ਨੂੰ ਕਦੇ ਵੀ ਚੰਗਾ ਨਹੀਂ ਲੱਗਦਾ। ਜਿੱਥੇ ਜਿੱਥੇ ਵੀ ਕੋਈ ਹੈਗਾ ਸੀ ਉੱਥੇ ਉੱਥੇ ਹੀ ਉਹ ਫਿਰ ਟਿਕ ਗਿਆ। ਹਾਲਾਤ ਐਸੇ ਬਣ ਗਏ, ਅੰਦਰੋਂ ਗੋਲੀ ਬਾਹਰੋਂ ਗੋਲੀ, ਕਿ ਅੰਦਾਜ਼ਾ ਲਾ ਲਓ ਕਿ ਬਰਾਂਡਾ ਔਰ ਸਰੋਵਰ ਦਾ ਕਿੰਨੀ ਕੁ ਫਾਸਲਾ ਹੈ। ਉੱਥੋਂ ਬੁੱਕ ਭਰ ਕੇ ਕੋਈ ਪਾਣੀ ਦਾ ਨਹੀਂ ਪੀ ਸਕਦਾ। ਉਦੋਂ 4:45 ਹੋਏ ਨੇ, ਬਿਲਕੁਲ ਲਾਈਟ ਆਫ, ਸਭ ਕੁਛ ਸੁਨਸ਼ਾਨ ਸੀ। ਸੰਗਤਾਂ ਆਪਣੇ ਥਾਂ ਸੁੱਤੀਆਂ ਸੀ, ਕੁਝ ਬੈਠੀਆਂ ਸੀ, ਕੁਝ ਆਪਣੇ ਇਸ਼ਨਾਨ ਪਾਨ ਕਰ ਰਹੀਆਂ ਸੀ, ਕੁਝ ਦਰਬਾਰ ਸਾਹਿਬ ਦਰਸ਼ਨ ਕਰਨ ਜਾ ਰਹੀਆਂ ਸੀ। 4 ਵਜੇ ਕੇ ਜ਼ਾਲਮ ਹਕੂਮਤ ਦਾ ਜਿਹੜਾ ਬੰਬ ਦਾ ਗੋਲਾ ਹੈ ਪਹਿਲਾ ਅਕਾਲ ਤਖਤ ਸਾਹਿਬ ਦੀ ਸੱਜੀ ਬਾਹੀ ਉੱਤੇ ਆ ਕੇ ਵੱਜਾ ਹੈ। ਇਹ 3 ਕਮਾਂਡੋ ਅਟੈਕ ਹੋਏ ਨੇ ਅਕਾਲ ਤਖਤ ਸਾਹਿਬ ਦੇ ਉੱਤੇ, ਔਰ ਉਹਨਾਂ ਨੇ ਅਖੀਰ ਦੇ ਉੱਤੇ ਜਿਹੜਾ ਤੀਸਰਾ ਅਟੈਕ ਹੋਇਆ ਉਹਦੇ ਵਿੱਚ ਜਿਹੜੀ ਕਾਨੂੰਨਨ ਤੌਰ 'ਤੇ ਜੰਗ ਦੇ ਵਿੱਚ ਵੀ ਜਿਹੜੀ ਗੈਸ ਨਹੀਂ ਵਰਤੀ ਜਾ ਸਕਦੀ, ਉਹਨਾਂ ਨੇ ਉੱਥੇ ਅਕਾਲ ਤਖਤ ਸਾਹਿਬ 'ਤੇ ਉਹ ਵੀ ਗੈਸ ਵਰਤੀ ਹੈ। 6 ਜੂਨ ਨੂੰ ਉਹਨਾਂ ਨੇ ਫਿਰ ਜੋ ਵੀ ਪਿੱਛੋਂ ਹੁਕਮ ਹੋ ਗਿਆ, ਜੋ ਵੀ ਤੁਸੀਂ ਕਰ ਸਕਦੇ, ਟੈਂਕ ਲੈ ਜਾਓ, ਤੋਪਾਂ ਲੈ ਜਾਓ, ਕੁਛ ਵੀ ਲੈ ਜਾਓ, ਬਖਤਰਬੰਦ ਗੱਡੀਆਂ ਲੈ ਜਾਓ, ਪਰ ਇੱਥੇ ਤਬਾਹੀ ਮਚਾ ਦਿਓ, ਉਹਦੇ ਸ਼ਹੀਦ ਕਰ ਦਿਓ, ਭਾਵੇਂ ਉਹ ਜਾਤਰੂ ਨੇ ਅਤੇ ਭਾਵੇਂ ਉਹ ਸੰਘਰਸ਼ੀ ਸਿੰਘ ਨੇ। ਦੇਸ਼ ਵਿਦੇਸ਼ ਤੋਂ ਅਕਾਲ ਚੈਨਲ ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਜਾਣਦੇ ਹੀ ਹੋ ਕਿ ਸਿੱਖ ਕੌਮ ਨੇ ਇੱਕ ਅਜਿਹੀ ਕੌਮ ਹੈ, ਸਿੱਖ ਇਤਿਹਾਸ ਇੱਕ ਅਜਿਹਾ ਇਤਿਹਾਸ ਹੈ ਜੋ ਬੇਤਹਾਸ਼ਾ ਕੁਰਬਾਨੀਆਂ ਦੇ ਨਾਲ ਲਿਖਿਆ ਹੋਇਆ ਹੈ। ਬੇਤਹਾਸ਼ਾ ਸ਼ਹਾਦਤਾਂ ਇਸ ਕੌਮ ਨੇ ਦਿੱਤੀਆਂ ਨੇ ਮਨੁੱਖਤਾ ਦੀ ਖਾਤਰ, ਚੜ੍ਹਦੀ ਕਲਾ ਦੀ ਖਾਤਰ, ਔਰ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਦੀ ਖਾਤਰ ਬੇਤਹਾਸ਼ਾ ਕੁਰਬਾਨੀਆਂ ਸਿੱਖ ਕੌਮ ਸਮੇਂ-ਸਮੇਂ 'ਤੇ ਦਿੰਦੀ ਰਹੀ ਹੈ। ਚਾਹੇ ਸੰਨ 1746 ਦੀ ਗੱਲ ਕਰੀਏ, ਚਾਹੇ ਸੰਨ 1762 ਦੀ ਗੱਲ ਹੋਵੇ, ਜਿਹਨੂੰ ਅਸੀਂ ਛੋਟਾ ਘੱਲੂਘਾਰਾ ਅਤੇ ਵੱਡਾ ਘੱਲੂਘਾਰਾ ਕਹਿ ਕੇ ਯਾਦ ਕਰਦੇ ਹਾਂ, ਜਿਹਦੇ ਵਿੱਚ ਛੋਟੇ ਘੱਲੂਘਾਰੇ ਦਾ ਜ਼ਿਕਰ ਕਰਦੇ ਹਾਂ ਸੰਨ 1746 ਦਾ, ਤਾਂ ਉਸ ਵੇਲੇ ਜੋ ਸਿੱਖ ਇਤਿਹਾਸਕਾਰ ਗਿਣਤੀ ਦੱਸਦੇ ਨੇ ਲਗਭਗ 7000 ਤੋਂ ਲੈ ਕੇ 11000 ਤੱਕ ਸਿੱਖ ਸ਼ਹੀਦ ਕੀਤੇ ਜਾਂਦੇ ਨੇ। 5 ਫਰਵਰੀ 1762 ਵਿੱਚ ਹੋਏ ਵੱਡੇ ਘੱਲੂਘਾਰੇ ਦੌਰਾਨ ਵੀ ਲਗਭਗ 30 ਤੋਂ 35 ਹਜ਼ਾਰ ਸਿੱਖ ਸ਼ਹੀਦ ਹੁੰਦੇ ਨੇ। ਪਰ ਜੂਨ 84 ਦਾ ਇੱਕ ਅਜਿਹਾ ਘੱਲੂਘਾਰਾ ਵਾਪਰਿਆ ਜਿਹਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿੱਖ ਸ਼ਹੀਦ ਕੀਤੇ ਗਏ, ਔਰ ਇਹਦਾ ਦੌਰ ਲਗਭਗ 10 ਸਾਲ ਤੱਕ ਚੱਲਦਾ ਰਿਹਾ। ਸੰਨ 84 ਤੋਂ ਲੈ ਕੇ ਸੰਨ 94 ਤੱਕ ਰੱਜ ਕੇ ਸਿੱਖ ਨਸਲਕੁਸ਼ੀ ਕੀਤੀ ਗਈ, ਸਿੱਖ ਨੌਜਵਾਨੀ ਦਾ ਸ਼ਿਕਾਰ ਕੀਤਾ ਗਿਆ, ਔਰ ਸਿੱਖੀ ਸਿਧਾਂਤਾਂ ਨੂੰ ਖੇਰੂ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਖਾਸ ਤੌਰ 'ਤੇ ਜਦੋਂ ਉਹ ਯਾਦਗਾਰ ਨੂੰ ਮਨਾਉਂਦਿਆਂ ਹੋਇਆਂ, ਉਸ ਪਲਾਂ ਨੂੰ ਚੇਤੇ ਕਰਦਿਆਂ ਹੋਇਆਂ, ਹਰ ਸਾਲ 1 ਜੂਨ ਤੋਂ ਲੈ ਕੇ 6 ਜੂਨ ਤੱਕ ਸ਼ਹੀਦੀ ਹਫ਼ਤਾ ਸਮੁੱਚਾ ਪੰਥ ਮਨਾਉਂਦਾ ਹੈ, ਔਰ ਉਹਨਾਂ ਸਮੂਹ ਸਿੱਖ ਸ਼ਹੀਦਾਂ ਨੂੰ ਯਾਦ ਕਰਦਾ ਹੈ ਜਿਨ੍ਹਾਂ ਨੇ ਗੁਰਧਾਮਾਂ ਦੀ ਰੱਖਿਆ ਦੀ ਖਾਤਰ, ਪੰਜਾਬ ਦੇ ਹੱਕਾਂ ਦੀ ਖਾਤਰ, ਸਿੱਖਾਂ ਨੂੰ ਬਰਾਬਰਤਾ ਦਾ ਦਰਜਾ ਦਿਵਾਉਣ ਦੀ ਖਾਤਰ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਨ। 1 ਜੂਨ ਤੋਂ ਲੈ ਕੇ 6 ਜੂਨ ਤੱਕ ਦਾ ਉਹ ਸ਼ਹੀਦੀ ਸਾਕਾ ਜੋ ਹੁਣ ਉਹਦੀ ਸ਼ੁਰੂਆਤ ਹੋ ਚੁੱਕੀ ਹੈ, ਔਰ ਸਾਡੀ ਅਕਾਲ ਚੈਨਲ ਦੀ ਸਮੁੱਚੀ ਟੀਮ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਹੱਕ ਸੱਚ ਦੀ ਗੱਲ ਉਹ ਜ਼ਰੂਰ ਆਪਣੇ ਦਰਸ਼ਕਾਂ ਤੱਕ ਪਹੁੰਚਾਈ ਜਾਵੇ। ਬਹੁਤ ਕੁਝ ਲਿਖਿਆ ਗਿਆ, ਬਹੁਤ ਕੁਝ ਕਿਹਾ ਜਾਂਦਾ ਹੈ, ਕਿਉਂ ਨਾ ਕੁਝ ਉਸ ਵੇਲੇ ਦੇ ਚਸ਼ਮਦੀਦ ਗਵਾਹਾਂ ਦੇ ਨਾਲ ਰੂਬਰੂ ਹੋਇਆ ਜਾਵੇ ਜੋ ਉਸ ਵੇਲੇ ਦਾ ਅੱਖੀਂ ਡਿੱਠਾ ਹਾਲ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਸਕਣ। ਅੱਜ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਲਾਈਵ ਆਪ ਜੀ ਦੇ ਰੂਬਰੂ ਹੋ ਰਹੇ ਹਾਂ ਤਾਂ ਕਿ ਉਸ ਸੱਚ ਨੂੰ, ਉਸ ਪੀੜਾ ਨੂੰ ਅਸੀਂ ਸਾਂਝਾ ਕਰ ਸਕੀਏ ਆਪ ਸਮੂਹ ਦਰਸ਼ਕਾਂ ਦੇ ਨਾਲ। ਔਰ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਵਾਲੀ ਸਾਈਡ ਤੋਂ
ਅਕਾਲ ਚੈਨਲ ਦੀ ਟੀਮ ਪਹੁੰਚੀ ਹੋਈ ਹੈ ਇੱਥੇ ਔਰ ਅਸੀਂ ਗੱਲਬਾਤ ਕਰਾਂਗੇ ਉਸ ਵੇਲੇ ਦੇ ਚਸ਼ਮਦੀਦ ਗਵਾਹ ਬਹੁਤ ਸਤਿਕਾਰਯੋਗ ਸ਼ਖਸੀਅਤ ਭਾਈ ਰਾਜ ਸਿੰਘ ਜੀ ਵਰਪਾਲ ਤੋਂ, ਜੋ 3 ਜੂਨ ਤੋਂ ਲੈ ਕੇ 6 ਜੂਨ ਤੱਕ ਦਾ ਜਿਹੜਾ ਸਮਾਂ ਹੈ ਉਹ ਸ਼੍ਰੀ ਦਰਬਾਰ ਸਾਹਿਬ ਪਰਸਪਰ ਦੇ ਵਿੱਚ ਅੰਦਰ ਸਨ ਔਰ ਜੋ ਉਸ ਵੇਲੇ ਸਿੱਖ ਸੰਸਥਾਵਾਂ ਚਾਹੇ ਬਾਬਾ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਹੋਣ ਜਾਂ ਉਹਨਾਂ ਦੀ ਰਹਿਨੁਮਾਈ ਦੇ ਹੇਠ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਆਪਣੀਆਂ ਡਿਊਟੀਆਂ ਦੇ ਰਹੇ ਸਨ। ਸੋ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਜੀ ਭਾਈ ਰਾਜ ਸਿੰਘ ਜੀ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ ਦਾ ਪਹਿਲਾ ਹਫਤਾ ਸ਼ਹੀਦੀ ਹਫਤਾ ਜੋ ਕਦੇ ਵੀ ਸਿੱਖ ਚੇਤਿਆਂ ਦੇ ਵਿੱਚੋਂ, ਸਿੱਖ ਮਨਾਂ ਵਿੱਚੋਂ ਵਿਸਰ ਨਹੀਂ ਸਕਦਾ, ਨਾ ਭੁੱਲਣਯੋਗ ਤੇ ਨਾ ਬਖਸ਼ਣਯੋਗ ਇੱਕ ਐਸਾ ਅਪਰਾਧ ਸੀ ਜੋ ਹਿੰਦੁਸਤਾਨ ਹਕੂਮਤ ਨੇ ਆਪਣੇ ਹੀ ਦੇਸ਼ ਦੇ, ਆਪਣੇ ਹੀ ਨਾਗਰਿਕਾਂ ਉੱਤੇ, ਜਿਹਨੂੰ ਅਸੀਂ ਲੋਕਤੰਤਰ ਕਹਿੰਦੇ ਹਾਂ, ਲੋਕਤੰਤਰ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਆਪਣੇ ਹੀ ਲੋਕਾਂ ਉੱਤੇ ਫੌਜ ਚਾੜੀ ਗਈ ਔਰ ਵੱਡੇ ਪੱਧਰ ਤੇ ਸ਼੍ਰੀ ਦਰਬਾਰ ਸਾਹਿਬ, ਸਾਕਾ ਦਰਬਾਰ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਟੈਂਕਾਂ ਦੇ ਨਾਲ ਗੋਲੀਬਾਰੀ ਕੀਤੀ ਗਈ, ਬਹੁਤ ਵੱਡਾ ਨੁਕਸਾਨ ਕੀਤਾ ਗਿਆ। ਔਰ ਉਸ ਵੇਲੇ ਦੇ ਜਿਹੜੇ ਹਾਲਾਤ ਨੇ ਅੱਜ ਵੀ ਅਸੀਂ ਉਹਨਾਂ ਬਾਰੇ ਸੁਣਦੇ ਹਾਂ, ਪੜ੍ਹਦੇ ਹਾਂ ਤੇ ਲੂ ਕੰਡੇ ਖੜੇ ਹੋ ਜਾਂਦੇ ਨੇ। ਤੁਸੀਂ ਉਸ ਵੇਲੇ ਉਹਨਾਂ ਪਲਾਂ ਨੂੰ, ਉਸ ਸਮੇਂ ਨੂੰ ਆਪਣੀਆਂ ਅੱਖਾਂ ਦੇ ਰੇ ਤੱਕਿਆ ਔਰ ਤੁਸੀਂ ਉਸ ਮੁਹਿੰਮ ਦਾ ਹਿੱਸਾ ਵੀ ਰਹੇ ਹੋ। ਅਸੀਂ ਇਹ ਜ਼ਰੂਰ ਜਾਣਨਾ ਚਾਹਾਂਗੇ, ਆਪਣੇ ਦਰਸ਼ਕਾਂ ਦੇ ਨਾਲ ਇਹ ਸਾਂਝ ਜ਼ਰੂਰ ਪਾਉਣੀ ਚਾਹਾਂਗੇ ਕਿ ਜਿਹੜਾ 3 ਜੂਨ ਤੋਂ ਲੈ ਕੇ 6 ਜੂਨ ਤੱਕ ਦਾ ਅੰਦਰ ਦਾ ਸਮਾਂ ਸੀ ਜਾਂ ਅੰਮ੍ਰਿਤਸਰ ਸ਼ਹਿਰ ਦੇ ਬਾਹਰਲੇ ਹਾਲਾਤ ਸਨ, ਬਹੁਤ ਸਾਰੇ ਸਵਾਲ ਸਿੱਖ ਮਨਾਂ ਅੰਦਰ ਵੀ ਉੱਭਰਦੇ ਰਹਿੰਦੇ ਨੇ ਜਾਂ ਗੈਰ ਸਿੱਖ ਵੀ ਕਈ ਵਾਰੀ ਸਵਾਲ ਕਰਦੇ ਨੇ। ਉਹਨਾਂ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਵੀ ਕਰਾਂਗੇ। ਪਰ ਉਸ ਵੇਲੇ ਦੇ ਹਾਲਾਤ ਜਿਹੜੇ 3 ਜੂਨ ਨੂੰ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਹੋ, ਉਸ ਵੇਲੇ ਦੇ ਬਾਹਰੀ ਹਾਲਾਤ ਜਿਹੜੇ ਉਹ ਕਿਹੋ ਜਿਹੇ ਸਨ? ਦੇਖੋ ਜੀ, ਇਹ ਗੱਲ ਦਿਲ ਤੇ ਪੱਥਰ ਰੱਖ ਕੇ ਕਰਨ ਵਾਲੀ ਹੈ। ਉਸ ਵਕਤ ਜੋ ਸੰਤ ਜਰਨੈਲ ਸਿੰਘ ਖਾਲਸਾ ਦੀ ਚੜ੍ਹਤ ਸੀ, ਉਹਨੂੰ ਵੇਲੇ ਦੀ ਹਕੂਮਤ ਸਹਾਰ ਨਹੀਂ ਸਕੀ, ਕਿਉਂਕਿ ਉਹ ਇੱਕ ਐਸਾ ਮਰਦ ਸੀ ਜਿਹੜਾ ਹੱਕ, ਸੱਚ ਔਰ ਇਨਸਾਫ ਦੀ ਲੜਾਈ ਲੜਦਾ ਸੀ। ਉਹਦੇ ਕੋਲ ਹਿੰਦੂ ਆਵੇ, ਮੁਸਲਮਾਨ ਆਵੇ, ਸਿੱਖ ਆਵੇ, ਈਸਾਈ ਆਵੇ, ਬੋਧੀ ਆਵੇ, ਜੈਨੀ ਆਵੇ, ਕੋਈ ਵੀ ਆਵੇ, ਉਹ ਉਹਦਾ ਦੁੱਖ ਦਰਦ ਤਕਲੀਫ ਸੁਣ ਕੇ ਹੱਲ ਕਰਨ ਦਾ ਯਤਨ ਕਰਦੇ ਸੀ। ਉਸ ਤੋਂ ਬਾਅਦ ਜਿਹੜੀਆਂ ਹਕੂਮਤਾਂ ਨੇ, ਇਹ ਉਹਨਾਂ ਨੂੰ ਕਦੇ ਵੀ ਚੰਗਾ ਨਹੀਂ ਲੱਗਦਾ। ਇਹਨਾਂ ਕਾਰਨਾਂ ਕਰਕੇ ਉਹਨਾਂ ਨੇ ਕੁਛ ਸਾਡੇ ਵੀ ਜਿਹੜੇ ਆਗੂ ਸੀ, ਉਹਨਾਂ ਦੀ ਮੈਂ ਗੱਲ ਕਰਾਂਗਾ ਕਿ ਜਿਨ੍ਹਾਂ ਨੇ ਇਹਦੇ ਵਿੱਚ ਕੁਝ ਹਿੱਸਾ ਪਾਇਆ, ਜਿਹਦਾ ਸਪਸ਼ਟ ਤੌਰ 'ਤੇ ਮੈਂ ਕਹਿ ਦਿਆਂ ਕਿ ਆਪਾਂ ਨਾਂ ਲਾਉਂਦੇ ਹਾਂ ਉਸ ਵੇਲੇ ਦੀ ਹਕੂਮਤ ਕਾਂਗਰਸ ਦਾ। ਇਹ ਇਕੱਲੇ ਕਾਂਗਰਸ ਦੀ ਜੇ ਇਹ ਸਾਜ਼ਿਸ਼ ਨਹੀਂ, ਇਹਦੇ ਵਿੱਚ ਸਾਡੇ ਜਿਹੜੇ ਸਿੱਖ ਕੌਮ ਦੇ, ਜਿਵੇਂ ਬਾਦਲ ਨੂੰ ਕਹਿ ਲਓ, ਟੌੜਾ ਕਹਿ ਲਓ, ਲੌਂਗੋਵਾਲ ਕਹਿ ਲਓ, ਹੋਰ ਲੀਡਰ ਉਸ ਵਕਤ ਜਿਹੜੇ ਸੀ, ਉਹਨਾਂ ਦਾ ਵੀ ਹੱਥ ਹੈ। ਬਿਲਕੁਲ ਸਬੂਤ ਸਾਡੇ ਸਾਹਮਣੇ ਆ ਚੁੱਕੇ ਨੇ। ਔਰ ਮੈਂ ਗੱਲ ਇਸ ਪਾਸੇ ਲਿਆਵਾਂ ਕਿ ਇਸ ਜਦੋਂ ਹਕੂਮਤ ਨੇ ਸੰਤ ਜਰਨੈਲ ਸਿੰਘ ਨੂੰ ਉਹਨਾਂ ਦੀ ਸ਼ਹਿ 'ਤੇ ਫੜਨ ਵਾਸਤੇ ਜਾਂ ਉਹਨਾਂ ਨੂੰ ਸ਼ਹੀਦ ਕਰਨ ਵਾਸਤੇ ਇਹ ਕਾਰਾ ਕੀਤਾ ਹੈ, ਫੌਜ ਚਾੜ੍ਹੀ ਹੈ, ਇਹ ਗੱਲ ਹੈ 3 ਜੂਨ ਦੀ। ਔਰ ਪਹਿਲਾਂ ਵੀ 1 ਜੂਨ ਨੂੰ ਇਹਨਾਂ ਨੇ ਅੰਦਰ ਟੋਹਣ ਵਾਸਤੇ ਫਾਇਰਿੰਗ ਕੀਤੀ, ਕੁਝ ਸਿੰਘ ਸ਼ਹੀਦ ਵੀ ਹੋਏ ਔਰ ਜਿਹੜੇ ਅੰਦਰ ਸਿੰਘ ਸੀ ਉਸ ਵਕਤ ਅਗਵਾਈ ਕਰ ਰਹੇ ਸੀ ਆਪਣੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਦੇ ਨਾਲ ਜਨਰਲ ਸ਼ਬੇਗ ਸਿੰਘ ਜੀ। ਇਹ ਸਾਰਾ ਪਲੇਨ ਉਹਨਾਂ ਦਾ ਸੀ, ਜੋ ਵੀ ਮੋਰਚਾਬੰਦੀ ਕਰਨੀ। ਜਦੋਂ ਦੇਖਿਆ ਉਹਨਾਂ ਨੇ ਕਿ ਇਹ ਹਕੂਮਤ ਨਹੀਂ ਟਲੇਗੀ, ਉਹਨਾਂ ਨੇ ਫਿਰ ਇਹ ਆਪਣਾ ਫਿਰ ਜਿਹੜੇ ਚਾਰੇ ਸੀ ਇਹ ਸਾਰੇ ਕਰਨੇ ਆਰੰਭ ਕੀਤੇ। ਉਹਨਾਂ ਨੇ ਥਾਂ ਥਾਂ 'ਤੇ ਜਿਵੇਂ ਨਾਨਕ ਨਿਵਾਸ 'ਤੇ, ਘੰਟਾ ਘਰ ਵਾਲੇ ਪਾਸੇ ਮੋਰਚੇ ਦੇ ਉੱਤੇ ਬਣਵਾਏ, ਅਕਾਲ ਤਖਤ ਸਾਹਿਬ 'ਤੇ ਮੋਰਚਾਬੰਦੀ ਕੀਤੀ ਔਰ ਪਰਿਕਰਮਾ ਦੇ ਵਿੱਚ ਜਿੱਥੇ ਵੀ ਕਿਤੇ ਉਹਨਾਂ ਨੂੰ ਲੋੜੀਂਦਾ ਸੀ ਪ੍ਰੋਗਰਾਮ, ਉਸ ਹਿਸਾਬ ਨਾਲ ਉਹਨਾਂ ਨੇ ਪ੍ਰਬੰਧ ਕੀਤਾ ਹੈ। ਔਰ ਮੈਂ ਗੱਲ ਕਰਾਂ 3 ਜੂਨ ਦੀ, 3 ਜੂਨ ਸ਼ਹੀਦੀ ਦਿਹਾੜਾ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਿੰਘ ਮਹਾਰਾਜ ਦਾ ਸੀ। ਉਸ ਦਿਨ ਨਗਰਾਂ ਵਿੱਚ, ਸ਼ਹਿਰਾਂ ਵਿੱਚ, ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦਾ ਦਿਹਾੜਾ ਮਨਾਇਆ ਜਾ ਰਿਹਾ ਸੀ। ਸਾਡੇ ਨਗਰ ਵਿੱਚ ਵੀ ਅਖੰਡ ਪਾਠ ਆਰੰਭ ਕੀਤੇ ਗਏ ਔਰ ਸਵੇਰੇ ਸਾਨੂੰ ਸੁਨੇਹਾ ਮਿਲਿਆ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ 2 ਸਿੰਘ ਭੇਜੇ ਹੋਏ, ਸਰਦਾਰ ਕਰਮ ਸਿੰਘ ਨੇ, ਉਹਨਾਂ ਨੇ ਸਾਨੂੰ ਜਾ ਕੇ ਸੁਨੇਹਾ ਦਿੱਤਾ ਕਿ ਸੰਤਾਂ ਦਾ ਸੰਦੇਸ਼ ਹੈ ਕਿ ਜਿੰਨੇ ਵੀ ਸਿੰਘ ਇੱਥੇ ਆ ਸਕਦੇ ਨੇ ਉਹ ਇੱਥੇ ਪਹੁੰਚਣ, ਕਿਉਂਕਿ ਉੱਥੋਂ ਅਸੀਂ ਸਾਰੇ ਨਗਰ ਵਾਲੇ ਜਾਂ ਬਹੁਤੀ ਗਿਣਤੀ ਇਸ ਕਰਕੇ ਨਹੀਂ ਆ ਸਕੇ ਕਿ ਉਹ ਜਿਹੜੇ ਸ਼ਹੀਦੀ ਦਿਹਾੜਿਆਂ ਦੇ ਪ੍ਰੋਗਰਾਮ ਜਾਂ ਭੋਗ ਅਖੰਡ ਪਾਠ ਰੱਖੇ ਸੀ, ਭੋਗ ਪੈਣੇ ਸੀ, ਉਹਨਾਂ ਦਾ ਕਰਕੇ ਉਹ ਉਹਨਾਂ ਦਾ ਪ੍ਰਬੰਧ ਕਰਨਾ ਸੀ ਉਹਨਾਂ ਨੇ। ਅਸੀਂ ਕੋਈ ਆਪਣੇ ਨਗਰ ਦੇ ਵਿੱਚੋਂ, ਪਿੰਡ ਵਰਪਾਲ ਦੇ ਵਿੱਚੋਂ 12 ਸਿੰਘ ਤਿਆਰ ਹੋ ਕੇ ਮੌਕੇ 'ਤੇ ਉਸੇ ਵੇਲੇ ਹੀ ਅਸੀਂ ਦਰਬਾਰ ਸਾਹਿਬ ਨੂੰ ਚਾਲੇ ਪਾ ਦਿੱਤੇ। ਰਸਤੇ ਵਿੱਚ ਕਰਫਿਊ ਲੱਗਾ ਹੋਇਆ ਸੀ।
ਅਸੀਂ ਪੈਦਲ ਹੀ ਚੱਲ ਕੇ ਸਾਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਹੈ ਕਿ ਅੰਦਰ ਕੋਈ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਵੀ ਨਹੀਂ ਹੈ। ਅਸੀਂ ਕੁਝ ਦੁੱਧ ਔਰ ਕੁਝ ਪ੍ਰਸ਼ਾਦੇ ਲੈ ਕੇ ਅਸੀਂ 12 ਸਿੰਘ ਚੱਲ ਪਏ। ਅਸੀਂ ਤੁਰਦੇ ਤੁਰਦੇ ਆਪਣੇ ਸ਼ਹੀਦ ਬਾਬਾ ਦੀਪ ਸਿੰਘ ਜੀ ਚਾਟੀਵਿੰਡ ਦਰਵਾਜ਼ੇ ਪਹੁੰਚੇ ਔਰ ਉੱਥੇ ਅਗਲੇ ਪਾਸੇ ਕਰਫਿਊ ਲੱਗਾ ਸੀ। ਬਹੁਤ ਸਾਰੀਆਂ ਸੰਗਤਾਂ ਔਰ ਫੌਜ ਵੀ ਸਾਨੂੰ ਦਿਖਾਈ ਦੇ ਰਹੀ ਸੀ। ਮੋਰਚਿਆਂ ਦੇ ਉੱਤੇ ਮੋਰਚਾਬੰਦੀ ਕਰ ਰਹੀ ਸੀ, ਬਿਲਕੁਲ ਤੈਨਾਤ ਬੈਠੇ ਸੀ। ਔਰ ਸਿੰਘ ਵੀ ਸਾਡੇ ਕੁਝ ਟਾਂਕੀਆਂ ਤੇ ਕੁਝ ਆਪੋ ਆਪਣੇ ਮੋਰਚਿਆਂ ਦੀ ਤਿਆਰੀ ਕਰ ਰਹੇ ਸੀ। ਅੰਦਰ ਸੀ, ਜਿਹੜੇ ਬਾਹਰਲੇ ਬਾਹਰ ਸੀ। 5 ਵਜੇ ਨਾਲ ਕਰਫਿਊ ਖੁੱਲ੍ਹਾ ਹੈ ਔਰ ਉਹਦੇ ਵਿੱਚ ਜਿਹੜੇ ਅੰਦਰੋਂ ਸਿੰਘ ਨਿਕਲਣੇ ਸੀ, ਫੌਜਾਂ ਆਪਣਾ ਸੰਗਤਾਂ, ਉਹਨਾਂ ਨੂੰ ਕੁਝ ਰਾਹਤ ਮਿਲੀ। ਕੁਝ ਬੀਬੀਆਂ, ਕੁਝ ਬਜ਼ੁਰਗ ਸਾਹਿਬਾਨ, ਬੱਚੇ, ਨੌਜਵਾਨ, ਕਿਉਂਕਿ ਉਦੋਂ ਧਰਮ ਯੋਧ ਮੋਰਚਾ ਚੱਲ ਰਿਹਾ ਸੀ। ਉਸ ਧਰਮ ਯੋਧ ਮੋਰਚੇ ਦੇ ਵਿੱਚ ਸ਼ਹੀਦ ਆਪਣੇ ਦੇਣ ਵਾਸਤੇ ਆਪਣੀ ਗ੍ਰਿਫਤਾਰੀ, ਉਦੋਂ ਮਾਲਵੇ ਤੋਂ ਬੜਾ ਤਗੜਾ ਜਥਾ ਇੱਥੇ ਪਹੁੰਚਿਆ ਹੋਇਆ ਸੀ, ਹਜ਼ਾਰਾਂ ਦੀ ਗਿਣਤੀ ਵਿੱਚ। ਉਹ ਕੁਝ ਲੋਕ ਅੰਦਰੋਂ ਬਾਹਰ ਆ ਰਹੇ ਸੀ। ਅਸੀਂ ਵੀ ਉਸ ਦਰਮਿਆਨ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਲੇਕਿਨ ਬੜੀ ਦੇਰ ਬਾਅਦ ਅਸੀਂ ਸਫਲ ਹੋਏ। ਅਸੀਂ 3 ਜੂਨ ਨੂੰ ਸ਼ਾਮ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੇ ਕਹਿ ਤੇ ਉਹਨਾਂ ਨੂੰ ਜਾ ਫਤਿਹ ਵਜਾਈ। ਉਹਨਾਂ ਲਾਗੇ ਭਾਈ ਅਮਰੀਕ ਸਿੰਘ ਜੀ, ਬਾਬਾ ਅਠਾਰਾ ਸਿੰਘ ਜੀ, ਜਨਰਲ ਸਮੈਕ ਸਿੰਘ ਜੀ, ਇਹ ਸਾਰੇ ਬੈਠੇ ਹੋਏ ਔਰ ਉਹਨਾਂ ਨੇ ਵਕਤ ਵਿਚਾਰ ਕੇ ਸਾਡੀ ਡਿਊਟੀ ਲਾਈ ਕਿ ਤੁਸੀਂ ਜਿਹੜੇ ਫੌਜੀ ਨੇ ਹੁਣ ਗੋਲੀ ਚਲਾ ਸਕਦੇ ਨੇ, ਜਿਨ੍ਹਾਂ ਨੂੰ ਟ੍ਰੇਨਿੰਗ ਆ, ਉਹ ਪਹਿਲਾਂ ਦੱਸੋ। ਉਹ ਦੱਸਿਆ ਗਿਆ, ਉਹਨਾਂ ਨੂੰ ਹਥਿਆਰ ਦਿੱਤੇ ਗਏ ਅਤੇ ਦਾਸ ਦੀ ਡਿਊਟੀ ਲਾਈ। ਜੋ ਅਕਾਲ ਤਖਤ ਸਾਹਿਬ ਦੇ ਪਾਸ ਨਵੀਂ ਡੇਹੜੀ ਤਿਆਰ ਹੋ ਰਹੀ ਸੀ, ਦਾਸ ਦੀ ਡਿਊਟੀ 4 ਸਿੰਘ ਨਾਲ ਦਿੱਤੇ ਨੇ, ਉੱਥੇ ਸਾਡੀ ਡਿਊਟੀ ਲਾਈ ਹੈ। ਔਰ ਜਦੋਂ ਅੰਮ੍ਰਿਤ ਵੇਲਾ ਹੋਇਆ, 4 ਵਜੇ ਤੋਂ ਪਹਿਲਾਂ ਦੀ ਗੱਲ ਹੈ, ਅਸੀਂ ਇਸ਼ਨਾਨ ਪਾਨ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਹਰਿਮੰਦਰ ਸਾਹਿਬ ਪਹੁੰਚ ਚੁੱਕੀ ਸੀ। 4 ਜੂਨ ਦੀ ਗੱਲ ਹੈ, ਕਿਉਂਕਿ ਰਾਤ ਨੂੰ ਅਸੀਂ ਉੱਥੇ ਆਪਣੇ ਮੋਰਚੇ ਵਿੱਚ ਤੈਨਾਤ ਹੋ ਚੁੱਕੇ ਸੀ। ਸਾਡੇ ਉੱਪਰ ਜਿਹੜਾ ਮੋਰਚਾ ਸੀ ਉੱਤੇ 9 ਸਿੰਘ ਸੀਗੇ, ਜਿਵੇਂ ਕੁਲਬੀਰ ਸਿੰਘ ਗੰਡੀਵਿੰਡ, ਜੋਹਨ ਸਿੰਘ ਖਾਲੜਾ, ਮਿਹਰਬਾਨ ਸਿੰਘ, ਬਾਬਾ ਮਹਾਂਕਾਲ, ਇਹ ਵਗੈਰਾ 9 ਸਿੰਘ ਉੱਥੇ ਉੱਪਰ ਸੀ। ਅਸੀਂ 4 ਸਿੰਘ ਥੱਲੇ ਸੀ ਡਿਊਟੀ ਦੇ ਗੇਟ 'ਤੇ। ਜਦੋਂ ਸਿੰਘਾਂ ਨੇ ਕੁਛ ਬੇਨਤੀ ਕੀਤੀ ਵੀ ਆਪਾਂ ਮਹਾਰਾਜ ਦੇ ਦਰਸ਼ਨ ਕਰ ਆਈਏ, ਮੈਂ ਕਿਹਾ ਵੀ ਸਾਰੇ ਇਕੱਠੇ ਨਾ ਚਾਹੀਏ, ਅੱਧੇ ਸਿੰਘ ਚਲੇ ਜਾਓ ਹੁਣ, ਅੱਧੇ ਦਰਸ਼ਨ ਕਰਕੇ ਹੁਣ, ਬਾਕੀ ਫਿਰ ਬਾਅਦ ਚਲੇ ਜਾਣ। ਇਸ ਤਰ੍ਹਾਂ ਕੀਤਾ ਗਿਆ। ਅਸੀਂ ਬੈਠ ਕੇ ਬਾਹਰ ਬੈਠ ਕੇ ਅਕਾਲ ਤਖਤ ਦੇ ਸਾਹਮਣੇ, ਜਿਹੜੀ ਅੱਜ ਉਹ ਇਮਲੀ ਦੀ ਦਰਖਤ ਹੈ ਉਹਦੇ ਥੱਲੇ, ਉਦੋਂ 4:45 ਹੋਏ ਨੇ, ਬਿਲਕੁਲ ਲਾਈਟ ਆਫ, ਸਭ ਕੁਛ ਸੁਨਸਾਨ ਸੀ। ਸੰਗਤਾਂ ਆਪਣੇ ਥਾਂ ਸੁੱਤੀਆਂ ਸੀ, ਕੁਝ ਬੈਠੀਆਂ ਸੀ, ਕੁਝ ਆਪਣੇ ਇਸ਼ਨਾਨ ਪਾਨ ਕਰ ਰਹੀਆਂ ਸੀ, ਕੁਝ ਦਰਬਾਰ ਸਾਹਿਬ ਦਰਸ਼ਨ ਕਰਨ ਜਾ ਰਹੀਆਂ ਸੀ। 4 ਵਜੇ ਇਸ ਜ਼ਾਲਮ ਹਕੂਮਤ ਦਾ ਜਿਹੜਾ ਬੰਬ ਦਾ ਗੋਲਾ ਹੈ ਪਹਿਲਾ, ਅਕਾਲ ਤਖਤ ਸਾਹਿਬ ਦੀ ਸੱਜੀ ਬਾਹੀ ਉੱਤੇ ਆ ਕੇ ਵੱਜਾ ਹੈ, ਕਿਉਂਕਿ ਉਹਦੇ ਵਿੱਚ ਜਿੱਥੇ ਅਸੀਂ ਬੈਠੇ ਸੀ ਉਹ ਕੈਂਕਰਾਂ ਕੋ ਸਾਡੇ 'ਤੇ ਵੀ ਆ ਕੇ ਵੱਜੀਆਂ। ਸਾਡੀ ਲੱਤਾਂ ਨਿਸ਼ਾਨ ਹੈਗੇ ਨੇ ਅਜੇ ਵੀ। ਜਿਸ ਵਕਤ ਸਿੰਘਾਂ ਨੂੰ ਸਾਰਿਆਂ ਨੂੰ ਪਤਾ ਸੀ ਵੀ ਇਹ ਕਾਰਾ ਹੋਣਾ ਹੀ ਹੋਣਾ ਹੈ, ਸਾਰੇ ਆਪੋ ਆਪਣੇ ਸਾਵਧਾਨ ਹੋ ਕੇ ਆਪੋ ਆਪਣੇ ਮੋਰਚਿਆਂ 'ਤੇ ਪਹੁੰਚ ਗਏ। ਜਿੱਥੇ ਜਿੱਥੇ ਵੀ ਕੋਈ ਹੈਗਾ ਸੀ ਉੱਥੇ ਹੀ ਉਹ ਫਿਰ ਟਿਕ ਗਿਆ। ਹਾਲਾਤ ਐਸੇ ਬਣ ਗਏ, ਅੰਦਰੋਂ ਗੋਲੀ ਬਾਹਰੋਂ ਗੋਲੀ, ਕਿ ਅੰਦਾਜ਼ਾ ਲਾ ਲਓ ਕਿ ਬਰਾਂਡਾ ਔਰ ਸਰੋਵਰ ਦਾ ਕਿੰਨੀ ਕੁ ਫਾਸਲਾ ਹੈ। ਉੱਥੋਂ ਬੁੱਕ ਭਰ ਕੇ ਕੋਈ ਪਾਣੀ ਦਾ ਨਹੀਂ ਪੀ ਸਕਦਾ, ਮੀਂਹ ਵਾਂਗ ਇੰਨੀ ਗੋਲੀ ਵਰ ਸੀ ਔਰ ਤੋਪਾਂ ਦੇ ਗੋਲਿਆਂ ਦੇ ਔਰ ਸਿਰਾਂ ਦੇ ਆ ਕੇ ਵੱਜਦੇ ਸੀ। ਔਰ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ, ਕਿਉਂਕਿ ਉਹਨਾਂ ਦਾ ਜਿਹੜਾ ਟੀਚਾ ਸੀ ਕਿ ਅਸੀਂ 2 ਘੰਟਿਆਂ ਵਿੱਚ ਸੰਤ ਜੈਲ ਸਿੰਘ ਭਿੰਡਰਾਂਵਾਲੇ ਨੂੰ ਫੜ ਕੇ ਤੁਹਾਡੇ ਪੇਸ਼ ਕਰ ਦਿਆਂਗੇ। ਇਹ ਉਹਨਾਂ ਦਾ ਭੁਲੇਖਾ ਸੀ, ਕਿਉਂਕਿ ਆਪਾਂ ਜਿਹੜਾ ਸਾਡਾ ਸਿੱਖ ਕੌਮ ਦਾ ਇਤਿਹਾਸ ਹੈ, ਉਹਨਾਂ ਨੇ ਉਹ ਪੜ੍ਹਿਆ ਸੀ ਜਾਂ ਨਹੀਂ ਪੜ੍ਹਿਆ, ਇਹ ਉਹਨਾਂ ਦਾ ਭੁਲੇਖਾ ਦੂਰ ਹੋ ਗਿਆ। ਕਿਉਂਕਿ ਆਪਾਂ ਚਮਕੌਰ ਦੀ ਗੜੀ ਦਾ ਲਖਸਾਕਾ ਸਾਰਾ ਜਾਣਦੇ ਹਾਂ। ਉਹਦੇ ਵਿੱਚ ਜਦੋਂ ਇਹ ਕਾਰਵਾਈ ਲਗਾਤਾਰ ਚੱਲਦੀ ਗਈ, 4:45 ਤੋਂ ਲੈ ਕੇ ਗੱਲਬਾਤ ਸ਼ੁਰੂ ਹੋਈ ਹੈ। ਸਾਰਾ ਦਿਨ ਦੋਵਾਂ ਪਾਸਿਓਂ ਧੜਾ ਧੜ ਗੋਲੀ ਔਰ ਸ਼ਹਾਦਤਾਂ ਵੀ ਹੁੰਦੀਆਂ ਰਹੀਆਂ। ਸਾਡੇ ਕੋਲ ਜੇ ਅਸਲਾ ਮੁੱਕ ਜਾਂਦਾ ਸੀ, ਮਨੀਸ਼ਨ ਪਿੱਛੇ ਕੋਈ ਪਹੁੰਚਾਉਣ ਵਾਲਾ ਨਹੀਂ ਸੀ। ਸਾਡੇ ਕੋਲ ਪ੍ਰਸ਼ਾਦੇ ਦਾ ਪ੍ਰਬੰਧ ਕੋਈ ਨਹੀਂ, ਪਾਣੀ ਪੀਣ ਦਾ ਪ੍ਰਬੰਧ ਕੋਈ ਨਹੀਂ, ਔਰ ਜੇ ਕੋਈ ਸ਼ਹੀਦ ਹੋ ਜਾਂਦਾ ਉਹਦੀ ਜਗ੍ਹਾ ਦੂਸਰਾ ਸਿੰਘ ਖੜਾ ਕਰਨ ਵਾਸਤੇ ਕੋਈ ਜਗ੍ਹਾ ਨਹੀਂ।
ਪਿੱਛੇ ਕੋਈ ਹੈ ਨਹੀਂ ਔਰ ਉਹਨਾਂ ਦੇ ਜੇ ਇੱਕ ਮਰਦਾ ਇਹਦੇ ਪਿੱਛੇ 10 ਖੜੇ ਨੇ ਮਨੀਸ਼ਨ ਮੁੱਕਦਾ ਪਿੱਛੇ ਡੱਬੇ ਭਰੇ ਨੇ ਇਸ ਕਰਕੇ ਇਹ ਜਿਹੜੇ ਹਾਲਾਤ ਨੇ ਸਾਰੀ 4 ਜੂਨ ਤੱਕ ਸ਼ਾਮ ਤੱਕ ਲਗਾਤਾਰ ਚੱਲੇ ਦਿਨੇ ਵੀ ਕੋਈ ਇੱਕ ਕਦਮ ਵੀ ਅੱਗੇ ਨਹੀਂ ਵੱਧ ਸਕੇ ਉਹ ਇੱਕ ਕਦਮ ਕੀ ਹੁੰਦਾ ਪਰਿਕਰਮਾ ਵਿੱਚ ਕਿਸੇ ਦੀ ਜ਼ਰੂਰਤ ਨਹੀਂ ਪਈ ਕਿ ਅਸੀਂ ਪੈਰ ਪਾ ਜਾਈਏ ਕਿਉਂਕਿ ਅੰਦਰ ਗਿਣਤੀ ਹੈ ਸੈਂਕੜਿਆਂ ਦੀ ਬਾਹਰ ਗਿਣਤੀ ਹੈ ਲੱਖਾਂ ਦੀ ਔਰ ਇਹ ਕੋਈ ਮੁਕਾਬਲਾ ਨਹੀਂ ਔਰ ਜਦੋਂ ਸਾਰਾ ਦਿਨ ਇਸ ਤਰ੍ਹਾਂ ਲੰਘ ਗਿਆ ਘਮਸਾਨ ਲੜਾਈ 'ਚ ਰਾਤ ਵੀ ਸਾਰੀ ਇਸ ਤਰ੍ਹਾਂ ਬੀਤੀ ਸਿੰਘ ਭੁੱਖੇ ਵੀ ਨੇ ਧਿਆਏ ਵੀ ਨੇ ਗਰਮੀ ਵੀ ਹੈ ਲੇਕਿਨ ਉਹਨਾਂ ਨੇ ਹੌਸਲਾ ਨਹੀਂ ਹਾਰਿਆ ਜਿਉਂ-ਜਿਉਂ ਮੈਦਾਨ ਗਰਮ ਹੁੰਦਾ ਹੈ ਤਿਉਂ-ਤਿਉਂ ਉਹਨਾਂ ਦਾ ਖੂਨ ਜਿਹੜਾ ਖੌਲਦਾ ਹੈ ਔਰ ਸਿੰਘ ਤੇ ਸੰਤ ਅੰਦਰੋਂ ਜਕਾਰੇ ਛੱਡਦੇ ਨੇ ਜਨਰਲ ਸਪੇਕ ਸਿੰਘ ਜਿੱਥੇ ਨਵੀਂ ਡੇੜੀ ਤੇ ਸਾਡੀ ਡਿਊਟੀ ਲਾ ਕੇ ਉਹਨਾਂ ਨੇ ਫਿਰ 5 ਜੂਨ ਜੋ 4 ਜੂਨ ਦੀ ਰਾਤ ਲੰਘੀ 5 ਜੂਨ ਨੂੰ ਸਵੇਰੇ ਉਹਨਾਂ ਨੇ ਆਪਣੀ ਹੱਥੀਂ ਸੰਭਲ ਲੈ ਕੇ ਇੱਕ ਥੋੜਾ ਲੈ ਕੇ ਜਿੱਥੇ ਅਕਾਲ ਤਖਤ ਸਾਹਿਬ ਥੱਲੇ ਮੋਰਚਾ ਆਪਣੇ ਭੋਰਾ ਸਾਹਿਬ ਹੈ ਉਹਦੇ ਵਿੱਚ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਉੱਥੇ ਇੱਕ ਮੋਰਾ ਕੱਢਿਆ ਜਿਹਦੇ ਵਿੱਚ ਇੱਕ ਐਲਐਮ ਜੀ ਕਿਉਂਕਿ ਉਹ ਟ੍ਰੇਨਡ ਸੀ ਉਹਨਾਂ ਨੇ ਜੰਗ ਦੇ ਕਈ ਇਹੋ ਜਿਹੇ ਹਾਲਾਤ ਵੇਖੇ ਸੀ ਉਹ ਜਿਸ ਵਕਤ ਉਸ ਮੋਰਚੇ ਦੇ ਉੱਤੇ ਬਾਅਦ 'ਚ ਸਾਨੂੰ ਪਤਾ ਲੱਗਿਆ ਕਿ ਇੱਥੇ ਜਿਹਨੂੰ ਆਪਾਂ ਜਨਰਲ ਲਾਭ ਸਿੰਘ ਕਹਿੰਦੇ ਹਾਂ ਨਾਂ ਤਾਂ ਉਹਨਾਂ ਦਾ ਸੁਖਦੇਵ ਸਿੰਘ ਸੀ ਪਿੰਡ ਉਹਨਾਂ ਦਾ ਪੰਜਵੜ ਸੀ ਉਹਨਾਂ ਦੀ ਡਿਊਟੀ ਉੱਥੇ ਐਲਐਮ ਜੀ ਦੇ ਕੇ ਲਾਈ ਹੈ ਔਰ ਉਹ ਐਸੀ ਕਾਰਗਰ ਕੰਮ ਕਰਦੀ ਸੀ ਗਨ ਕਿ ਇਹ 5 ਤਰੀਕ ਨੂੰ ਦਾ ਹਾਲਾਤ ਤੁਹਾਡੇ ਮੈਂ ਬਾਰੇ ਸਾਹਮਣੇ ਪੇਸ਼ ਕਰਾਂਗਾ ਜਿਹੜੀ ਉਹ ਸ਼ਾਮ ਨੂੰ ਵਾਪਰਿਆ ਹੈ ਜਿਸ ਵਕਤ 5 ਜੂਨ ਦਾ ਦਿਨ ਵੀ ਇਸ ਤਰ੍ਹਾਂ ਲੰਘ ਗਿਆ ਹੈ ਇਹ ਜਿਹੜੀ ਟੈਂਕਾਂ ਦੀ ਐਂਟਰੀ ਹੁੰਦੀ ਹੈ ਵੀ ਟੈਂਕ ਜਿਹੜੇ ਅੰਦਰ ਸ਼ਾਮਲ ਹੋਏ ਨੇ ਪਰਿਕਰਮਾ ਵਿੱਚ ਪਹੁੰਚੇ ਨੇ ਉਹ ਕਿੰਨੀ ਤਰੀਕ ਨੂੰ ਉਹਨਾਂ ਨੇ ਐਂਟਰ ਕੀਤਾ ਟੈਂਕ ਹੋਏ ਨੇ ਸਵੇਰੇ 6 ਤਰੀਕ ਨੂੰ ਠੀਕ ਹੈ ਜੀ ਇਹ 6 ਨੂੰ ਐਂਟਰ ਹੁੰਦੇ ਨੇ ਸ਼ਾਮ ਅੰਮ੍ਰਿਤ ਵੇਲੇ ਜਦੋਂ ਉਹਨਾਂ ਵੇਖਿਆ ਵੀ ਹੁਣ 4 ਨੂੰ ਦਿਨੇ ਕੋਈ ਚਾਰਾ ਨਹੀਂ ਚੱਲਿਆ 4 ਦੀ ਰਾਤ ਨੂੰ ਕੋਈ ਚਾਰਾ ਨਹੀਂ ਚੱਲਿਆ 5 ਜੂਨ ਨੂੰ ਕੋਈ ਚਾਰਾ ਨਹੀਂ ਚੱਲਿਆ 5 ਦੀ ਜੂਨ ਨੂੰ ਕੋਈ ਚਾਰਾ ਨਹੀਂ ਚੱਲਿਆ ਜਦੋਂ 5 ਦੀ ਜੂਨ ਆਈ ਹੈ ਪਹਿਲਾਂ ਉਹਨਾਂ ਨੇ ਟੈਂਕਾਂ ਤੋਂ ਉਹਨਾਂ ਨੇ ਪਲਾਨ ਬਣਾਇਆ ਹੈ ਕਿ ਕਮਾਂਡੋ ਭੇਜੇ ਜਾਣ ਕਿਉਂਕਿ ਕਮਾਂਡੋ ਇੱਕ ਐਸੀ ਚੀਜ਼ ਹੁੰਦੀ ਹੈ ਉਹ ਨਿਰੋਲ ਮੌਤ ਦੇ ਨਾਲ ਜੱਫੀ ਪਾਉਂਦੇ ਨੇ ਉਹਨਾਂ ਨੂੰ ਪਤਾ ਕਿ ਸਾਡੀ ਆਪਣੇ ਸਾਹਮਣੇ ਮੌਤ ਆ ਪਿੱਛੇ ਨਹੀਂ ਹਟਦੇ ਔਰ ਉਹਨਾਂ ਨੂੰ ਉਹ ਟਾਸਕ ਦਿੱਤਾ ਗਿਆ ਕਿ ਤੁਸੀਂ ਇੱਥੋਂ ਸਿੱਧੇ ਘੰਟਾ ਘਰ ਬਾਈ ਨੂੰ ਉਤਰ ਕੇ ਇੱਥੋਂ ਹੋ ਕੇ ਪਰਿਕਰਮਾ ਵਿੱਚ ਦੇ ਸਿੱਧਾ ਅਕਾਲ ਤਖਤ ਸਾਹਿਬ ਦੇ ਉੱਤੇ ਅਟੈਕ ਕਰਨਾ ਹੈ ਉਹ ਅਟੈਕ ਦੇ ਉੱਤੇ ਸੰਤਾਂ ਦੇ ਨਾਲ ਤੁਸੀਂ ਸੰਘਰਸ਼ ਕਰਨਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਬੇਸ਼ੱਕ ਸ਼ਹੀਦ ਕਰਨਾ ਹੈ ਜਦੋਂ 5 ਜੂਨ ਨੂੰ 9 ਵਜੇ ਰਾਤ ਦੇ ਪਹਿਲਾ ਹਮਲਾ ਇਹ ਕਮਾਂਡੋਆਂ ਨੇ ਕੀਤਾ ਹੈ ਸਾਡੇ ਘੰਟਾ ਘਰ ਦੇ ਬਰਾਂਡੇ ਦੇ ਉੱਤੇ ਮੋਰਚੇ ਸੀ ਇਹਨਾਂ ਬਰਾਂਡਿਆਂ ਦੇ ਉੱਤੇ ਇਹ ਮੋਰਚੇ ਸਾਡੇ 4 ਜੂਨ ਨੂੰ ਹੀ ਢਹਿ ਢੇਰੀ ਹੋ ਗਏ ਕਿਉਂਕਿ ਇਹ ਜਿੰਨੇ ਆ ਸਾਰੀਆਂ ਉੱਪਰੀਆਂ ਇਮਾਰਤਾਂ ਨੇ ਇਹ ਸਾਰੀਆਂ ਹੁਣ ਤੇ ਇੱਥੋਂ ਇਲਾਕਾ ਢਹਿ ਗਿਆ ਹੈ ਇਹ ਲਾਗੇ ਸੀ ਇਹਨਾਂ ਉੱਤੇ ਉਹਨਾਂ ਦਾ ਮੋਰਚਾ ਬੰਦੀ ਸੀ ਫੌਜੀਆਂ ਦੀ ਜੋ ਜਿਸ ਵਕਤ ਉਹ ਮੋਰਚੇ ਢਹਿ ਗਏ ਕੁਝ ਸਿੰਘ ਵੀ ਸ਼ਹੀਦ ਹੋਏ ਰਹਿੰਦੇ ਸਿੰਘ ਸ਼ਹੀਦ ਹੋਏ ਜਿਹੜੇ ਆਪਣੇ ਬਚੇ ਉਹ ਉੱਤਰ ਕੇ ਦੇ ਥੱਲੇ ਜਿਹੜੇ ਬਰਾਂਡੇ ਦੇ ਕਮਰੇ ਨੇ ਉਹਨਾਂ ਵਿੱਚ ਚਲੇ ਗਏ ਜਿਸ ਵਕਤ ਉਹਨਾਂ 9 ਵਜੇ 5 ਜੂਨ ਨੂੰ ਅਟੈਕ ਕੀਤਾ ਕਮਾਂਡੋ ਨੇ ਉਹਨਾਂ ਨੂੰ ਜੋ ਟਾਰਗੇਟ ਦਿੱਤਾ ਗਿਆ ਵੀ ਸਿੱਧਾ ਅਕਾਲ ਤਖਤ ਸਾਹਿਬ 'ਤੇ ਜਾਣਾ ਹੈ ਉਹ ਸਮਝਦੇ ਕਿ ਅਸੀਂ ਪਹੁੰਚੇ ਇਹ ਲੇਕਿਨ ਉਹਦਾ ਭੁਲੇਖਾ ਸੀ ਹਾਲਾਂ ਉਹ ਪੌੜੀਆਂ ਉਤਰ ਰਹੇ ਨੇ ਜਿਹੜੇ ਸਾਡੇ ਪਹਿਲੇ ਅੰਦਰ ਵਿੱਚ ਸਿੰਘ ਨੇ ਜਿਹੜਾ ਪਹਿਲਾ ਅੰਦਰ ਆਉਂਦਾ ਆਪਣਾ ਪਰਿਕਰਮਾ ਦੇ ਵਿੱਚ ਉਹਨਾਂ ਸਿੰਘਾਂ ਨੇ ਐਸੀ ਬਾਛੜ ਕੀਤੀ ਉਹਨਾਂ ਦੀਆਂ ਲੱਤਾਂ ਔਰ ਆਹ ਹਿੱਸਾ ਸਾਰਾ ਉਹਨਾਂ ਨੇ ਗੋਲੀਆਂ ਨਾਲ ਉਡਾ ਦਿੱਤਾ ਕੁਝ ਤਾਂ ਉੱਥੇ ਢੇਰੀ ਹੋ ਗਏ ਕੁਝ ਜ਼ਖਮੀ ਹੋ ਕੇ ਪਿਛਾਂਹ ਭੱਜ ਗਏ ਔਰ ਇਹ ਹਾਲਾਤ ਹੋ ਗਈ ਉੱਥੋਂ ਇੱਕ ਕਦਮ ਵੀ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਉਹ ਫਿਰ ਦੁਖੀ ਹੋਏ ਨੇ ਉਹਨਾਂ ਨੇ ਦੂਸਰਾ ਪਲੇਨ ਬਣਾ ਕੇ ਅੱਧੀ ਰਾਤ ਨੂੰ ਮੁੜ ਕੇ ਦੁਬਾਰਾ ਅਟੈਕ ਫਿਰ ਕੀਤਾ ਹੈ ਇਹ 5 ਜੂਨ ਦੀ ਰਾਤ 5 ਜੂਨ ਦੀ ਰਾਤ ਨੂੰ ਅਟੈਕ ਹੋਇਆ ਇਹ ਅਟੈਕ ਜਿਹੜੇ 3 ਅਟੈਕ ਹੋਏ ਨੇ ਕਮਾਂਡੋਆਂ ਦੇ ਕਿਉਂਕਿ ਪਹਿਲੀ ਪਾਰਟੀ ਜਿਹੜੀ ਉਹ ਖਤਮ ਹੋ ਗਈ ਕੋਈ ਜ਼ਖਮੀ ਹੋ ਗਏ ਉਸ ਤੋਂ ਬਾਅਦ ਦੂਸਰਾ ਅਟੈਕ ਜਦੋਂ ਹੋਇਆ ਹੈ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਬਰਾਂਡਿਆਂ ਵਿੱਚੋਂ ਗੋਲੀ ਆਉਂਦੀ ਹੈ
ਉਹਨਾਂ ਨੇ ਦਿੱਤਾ ਉਹਨੂੰ ਟਾਸਕ ਵੀ ਇਹਦੇ ਵਿੱਚੋਂ ਪਹਿਲਾਂ ਇਹਨਾਂ ਨੂੰ ਖਤਮ ਕਰੋ। ਉਹਨਾਂ ਫਿਰ ਗ੍ਰਨੇਡ ਸੁੱਟੇ ਆ ਕੇ, ਪਹਿਲੀ ਜਿਹੜੀ ਦੂਸਰੀ ਪਾਰਟੀ ਆਈ ਹੈ ਗ੍ਰਨੇਡ ਸੁੱਟੇ। ਉਹ ਸਿੰਘ, ਕਿਉਂ ਗ੍ਰਨੇਡ ਇੱਕ ਐਸੀ ਚੀਜ਼ ਹੈ ਉਹ 9 ਗਜ ਦੇ ਅੰਦਰ ਅੰਦਰ ਤਬਾਹੀ ਮਚਾਉਂਦਾ, ਕੋਈ ਚੀਜ਼ ਨਹੀਂ ਛੱਡਦਾ। ਉਹਦੇ ਸਿੰਘ ਸੀ ਉਹ ਸ਼ਹੀਦ ਹੋ ਗਏ। ਲੇਕਿਨ ਜਿੰਨਾ ਕੁ ਉਹਨਾਂ ਕੋਲ ਚਾਰਾ ਚੱਲਿਆ, ਉਹਨਾਂ ਨੇ ਦੂਸਰਾ ਅਟੈਕ ਵੀ ਜਿਹੜੀ ਆਪਣੀ ਬੇਰ ਬਾਬਾ ਬੁੱਢਾ ਸਾਹਿਬ ਦੀ ਹੈ ਉੱਥੋਂ ਤੱਕ ਨਹੀਂ ਪਹੁੰਚਣ ਦਿੱਤਾ ਉਹਨਾਂ ਨੂੰ। ਉਹ ਜੋ ਜਿਹੜੇ ਬਚੇ ਉਹਨਾਂ ਨੇ ਜਾ ਕੇ ਜੋ ਸਭ ਕੁਛ ਪਲੇਨ ਦੱਸਿਆ ਵੀ ਉੱਥੇ ਆਹ ਕੁਛ ਹੈ, ਉਹ ਫਿਰ ਉਹਨਾਂ ਨੇ ਤੀਸਰਾ ਅਟੈਕ ਕੀਤਾ ਹੈ ਸਵੇਰੇ ਕੋਈ ਦਿਨ ਦੇ ਚੜਾਅ ਤੋਂ ਥੋੜ੍ਹਾ ਘੰਟਾ 2 ਸਾਡੇ ਘੜੀ ਦੇ ਕੋਲ ਨਹੀਂ, ਉਹ ਜੇ ਅੰਮ੍ਰਿਤ ਵਾਲਾ ਕਹਿ ਲਓ, ਉਹ ਤੀਸਰਾ ਅਟੈਕ ਜੇ ਫਿਰ ਉਹਨਾਂ ਕੀਤਾ ਨੇ। ਉਦੋਂ ਬੇਰੀ ਤੋਂ ਕਰਾਸ ਕਰ ਗਏ, ਕਰਾਸ ਕਰ ਗਏ ਜਿਹੜੀ ਫਿਰ LMG ਜਨਰਲ ਲਾਭ ਸਿੰਘ ਬੈਠਾ ਸੀ ਉਹਦੇ ਉੱਤੇ ਅਕਾਲ ਤਖਤ ਸਾਹਿਬ 'ਤੇ, ਉਧਰੋਂ ਸਾਹਮਣੇ ਸਾਡਾ ਮੋਰਚਾ ਡੇੜੀ ਦੇ ਵਿੱਚ ਸੀ। ਉਹਦੀ ਜਿਹੜੀ ਫਾਇਰਿੰਗ ਹੈ ਉਹ ਸਾਰੀ ਐਂ ਜਾ ਰਹੀ ਸੀ ਉਹਨਾਂ ਨੂੰ ਸਾਹਮਣੇ, ਉਹ ਪਰਿਕਰਮਾ ਦੇ ਵਿੱਚ। ਉਹ ਤੀਸਰਾ ਵੀ ਕਮਾਂਡੋ ਅਟੈਕ ਜਿਹੜਾ ਹੈ ਉਹ ਵੀ ਸਫਲ ਨਹੀਂ ਹੋਇਆ। ਇੰਨਾ ਕੁ ਸਫਲ ਹੋਇਆ ਕਿ 2 ਕਮਾਂਡੋ, 2 ਜਾਂ 3 ਕਮਾਂਡੋ ਉਹਨਾਂ ਦੇ ਜਿਹੜੀਆਂ ਪੌੜੀ ਜਿਸੋਂ ਆਪਾਂ ਮੱਥਾ ਟੇਕ ਕੇ ਵਾਪਸ ਆਉਂਦੇ ਹਾਂ ਉਸ ਜਗ੍ਹਾ ਤੋਂ ਤੱਕ ਪਹੁੰਚ ਗਏ। ਲੇਕਿਨ ਉਹਦੇ ਉੱਪਰੋਂ ਸਿੰਘਾਂ ਨੇ ਉਹਨਾਂ ਨੂੰ ਵੀ ਮੁੜ ਕੇ ਉੱਥੇ ਢੇਰੀ ਕਰ ਦਿੱਤਾ ਹੈ। ਇਹ 3 ਕਮਾਂਡੋ ਅਟੈਕ ਹੋਏ ਨੇ ਅਕਾਲ ਤਖਤ ਸਾਹਿਬ ਦੇ ਉੱਤੇ, ਔਰ ਉਹਨਾਂ ਨੇ ਅਖੀਰ ਦੇ ਉੱਤੇ ਜਿਹੜਾ ਤੀਸਰਾ ਅਟੈਕ ਹੋਇਆ ਉਹਦੇ ਵਿੱਚ ਜਿਹੜੀ ਕਾਨੂੰਨਨ ਤੌਰ 'ਤੇ ਜੰਗ ਦੇ ਵਿੱਚ ਵੀ ਜਿਹੜੀ ਗੈਸ ਨਹੀਂ ਵਰਤੀ ਜਾ ਸਕਦੀ, ਉਹਨਾਂ ਨੇ ਉੱਥੇ ਅਕਾਲ ਤਖਤ ਸਾਹਿਬ 'ਤੇ ਉਹ ਵੀ ਗੈਸ ਵਰਤੀ ਹੈ। ਔਰ ਉਹਦੇ ਵਿੱਚ ਸਾਡੇ ਜਿਹੜੇ ਫਿਰ ਜੋ ਗੈਸ ਉਹ ਫੈਲੀ, ਸਾਡੇ ਜੋ ਸਾਹ ਗੁੰਮ ਹੋਏ, ਕਿਉਂ ਥੋੜ੍ਹਾ ਕੋਈ ਸਾਨੂੰ ਜਾਣਕਾਰੀ ਸੀ ਉਹਦੇ ਬਾਰੇ ਕਿ ਜੇ ਪਾਣੀ ਲੈ ਕੱਪੜਾ ਭੇਂ ਕੇ ਆਪਣੇ ਮੂੰਹ 'ਤੇ ਫੇਰੀਏ ਸਾਹ ਦਾ ਕੋਈ ਫਰਕ ਪੈ ਜਾਂਦਾ ਹੈ। ਉਹ ਥੋੜ੍ਹਾ ਪਤਾ ਕਿਸ ਤਰ੍ਹਾਂ ਪਾਣੀ ਦੀ ਬਾਲਟੀਆਂ ਰੱਖੀਆਂ ਸੀ ਆਪਣੇ ਕੋਲ, ਉਹ ਨਾਲ ਸਾਡਾ ਬਚਾਅ ਹੋਇਆ। ਅਖੀਰ ਜਦੋਂ ਇਹ ਸਾਰੇ ਭਾਣੇ ਵਾਪਰ ਗਏ, ਕੋਈ ਚਾਲ ਨਹੀਂ ਚੱਲੀ। ਜਦੋਂ 6 ਦਾ ਟਾਈਮ ਹੋ ਗਿਆ, ਆਪਣੀ 6 ਜੂਨ ਦਾ, 6 ਜੂਨ ਨੂੰ ਉਹਨਾਂ ਨੇ ਫਿਰ ਜੋ ਵੀ ਪਿੱਛੋਂ ਹੁਕਮ ਹੋ ਗਿਆ, ਜੋ ਵੀ ਤੁਸੀਂ ਕਰ ਸਕਦੇ, ਟੈਂਕ ਲੈ ਜਾਓ, ਤੋਪਾਂ ਲੈ ਜਾਓ, ਕੁਛ ਵੀ ਲੈ ਜਾਓ, ਬਖਤਰਬੰਦ ਗੱਡੀਆਂ ਲੈ ਜਾਓ, ਪਰ ਇੱਥੇ ਤਬਾਹੀ ਮਚਾ ਦਿਓ ਤੇ ਸ਼ਹੀਦ ਕਰ ਦਿਓ, ਭਾਵੇਂ ਉਹ ਜਾਤਰੂ ਨੇ ਤੇ ਭਾਵੇਂ ਉਹ ਸੰਘਰਸ਼ੀ ਸਿੰਘ ਨੇ। ਉਹਨਾਂ ਨੇ ਫੌਜ ਨੇ ਇਹੋ ਕੁਛ ਕੀਤਾ। ਇਹ ਸਰਾਂ ਵਾਲੇ ਪਾਸਿਓਂ ਅੰਦਰ ਟੈਂਕ ਅੰਡਰ ਹੋਏ ਨੇ, ਸਮੁੰਦਰੀ ਹਾਲ ਪਾਸਿਓਂ ਇੱਧਰੋਂ ਸਰਾਂ ਥਾਣੀ ਲੰਘ ਕੇ ਤੇ ਉਧਰੋਂ ਅਗਲੇ ਬਰਜੀਆਂ ਤੋੜ ਕੇ ਤੇ ਫਿਰ ਅੰਦਰ ਵੜੇ ਨੇ। ਗਏ ਨੇ ਬਾਬਾ ਦੀਪ ਸਿੰਘ ਵਾਲੀ ਜਗ੍ਹਾ ਜਿਹੜੀ ਆ ਉਸ ਅਸਥਾਨ ਥਾਣੀ ਅੰਦਰ। ਔਰ ਉਹਦੇ ਵਿੱਚ ਜਦੋਂ ਉਹਨਾਂ ਦੇਖਿਆ ਸੰਤਾਂ ਨੇ ਵੀ ਹੁਣ ਇੱਥੇ ਹੁਣ ਕੋਈ ਚਾਰਾ ਨਹੀਂ ਗਾ, ਤੇ ਤੁਸੀਂ ਜਿੰਨੇ ਵੀ ਸਿੰਘ ਹੈਗੇ ਨੇ ਕੋਸ਼ਿਸ਼ ਇਹ ਕਰੋ ਜਿੰਨੇ ਵੀ ਨਿਕਲ ਸਕਦੇ ਨਿਕਲ ਜਾਓ। ਉਹਦੇ ਸਾਡੇ ਕੋਲ ਖੋਜਗੀ ਪੁੱਲ ਬਲਵਿੰਦਰ ਸਿੰਘ ਜਿੰਦਾ ਜਾਗਦਾ ਹੈ, ਸਾਡੇ ਮੋਰਚੇ ਕੋਲ ਉਹਦਾ ਹੋਕਾ ਆਇਆ, ਅਸੀਂ ਸੁਣਿਆ ਵੀ ਸੰਤਾਂ ਨੇ ਆਹ ਹੁਕਮ ਦਿੱਤਾ ਵੀ ਇਸ ਟਾਈਮ ਕੁਝ ਸਿੰਘ ਜਿਹੜੇ ਰਹਿਣਾ ਚਾਹੁੰਦੇ ਨੇ ਸ਼ਹੀਦੀ ਪਾਉਣ ਵਾਲੇ ਰਹਿ ਜਾਣ, ਬਾਕੀ ਚਾਹੁੰਦੇ ਆ ਕਿ ਬਾਕੀ ਸਿੰਘ ਬਾਹਰ ਨਿਕਲ ਜਾਣ ਕਿਸੇ ਵੀ ਹਾਲੇ। ਪਰ ਨਹੀਂ, ਬਾਹਰ ਨਿਕਲਣ ਦਾ ਤਰੀਕਾ ਕੋਈ ਜ਼ਰੀਆ ਨਹੀਂ ਸੀਗਾ, ਕਿਉਂਕਿ ਹਰ ਬਾਜ਼ਾਰ ਦੇ ਵਿੱਚ, ਹਰ ਗਲੀ ਦੇ ਵਿੱਚ ਫੌਜ ਜਿਹੜੀ ਹੈ ਉਹ ਐਂ ਕੀੜੀਆਂ ਵਾਂਗ ਲੱਗੀ ਹੋਈ ਸੀ, ਹਥਿਆਰਬੰਦ। ਅਤੇ ਉਸ ਟਾਈਮ ਮੈਂ ਇੱਥੋਂ ਤੱਕ ਇਹ ਬੇਨਤੀ ਆਵੀ ਨਾਲ ਕਰਨੀ ਚਾਹੁੰਦਾ ਹੈ, ਅਤੇ ਉਹ ਜਿਸ ਵਕਤ ਅਸੀਂ ਬਾਹਰ ਨਿਕਲੇ ਫਿਰ ਉਸ ਟਾਈਮ ਸਾਨੂੰ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਘੱਟ ਕਰਦੇ ਸੀ, ਜਿਹੜਾ ਵੀ ਬੰਦਾ ਦੇਖ ਸੀ ਅੰਦਰੋਂ ਨਿਕਲਿਆ ਉਹਨੂੰ ਗੋਲੀ ਮਾਰਦੇ ਸੀ। ਇਹ ਨਹੀਂ ਸੀ ਪੁੱਛਦੇ ਤੂੰ ਕਿੱਥੋਂ ਆਇਆ, ਕੀ ਹੈ ਕੀ ਨਹੀਂ। ਬਥੇਰਾ ਲੋਕ ਕਹਿੰਦੇ ਵੀ ਅਸੀਂ ਘਰਾਂ 'ਚੋਂ ਆਏ ਹਾਂ, ਕਿਉਂ ਘਰ ਵਾਲੇ ਵੀ ਜਾ ਰਹੇ ਸੀ, ਅੱਗਾਂ ਲੱਗੀਆਂ ਸੀ ਬਾਹਰ ਬਰਾਂਡ ਉਹਦੇ ਵਿੱਚ ਘਰਾਂ ਦੇ। ਤੋ ਇਸ ਵਾਸਤੇ ਇਹ ਸਾਰੇ ਸਾਕੇ ਹਿਰਦੇ ਵਿੱਚ ਜੋ ਘਟਨਾ ਵਾਪਰੀਆਂ ਨੇ ਸਾਡੇ ਅਜੇ ਵੀ ਦਿਲ ਦੇ ਵਿੱਚ ਲਾਂਬੂ ਪਲਦੇ ਨੇ। ਅੱਜ ਜੋ ਵੀ ਹਾਲਾਤ ਇਹਨਾਂ ਨੇ ਹੁਣ ਫੇਰ ਬਣਾਏ ਨੇ, ਅਸੀਂ ਸਿਰਫ ਆਪਣੀ ਉਹਨਾਂ ਮਹਾਨ ਸੂਰਬੀਰਾਂ ਦੀ ਯਾਦ ਮਨਾਉਣ ਵਾਸਤੇ ਇਹ ਪ੍ਰਬੰਧ ਕਰ ਰਹੇ ਹਾਂ, ਔਰ ਉਹਨਾਂ ਨੂੰ ਕੋਈ ਇਹਦੇ ਵਿੱਚ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਉਹ ਇਸ ਗੱਲ ਤੋਂ ਇੰਨੇ ਦੁਖੀ ਨੇ, ਹਾਲੇ ਉਹ ਸ਼ਹੀਦ ਵੀ ਹੋ ਚੁੱਕੇ ਨੇ ਸੰਦ, ਫੇਰ ਹੀ ਪਤਾ ਨਹੀਂ ਕਿਉਂ ਇਹਨਾਂ ਨੂੰ ਚੁੱਭਦੇ ਨੇ। ਉਹਨਾਂ ਦੀ ਦਹਿਸ਼ਤ ਵੀ ਇਹਨਾਂ ਦੇ ਮਨਾਂ ਵਿੱਚ ਇੰਨੀ ਬੈਠ ਚੁੱਕੀ ਹੈ ਕਿ ਇਹ ਸਾਡੇ ਨਾਲੋਂ ਵੀ ਜ਼ਿਆਦਾ ਉਹਨਾਂ ਨੂੰ ਅਸੀਂ ਤਾਂ ਪਿਆਰ ਨਾਲ ਯਾਦ ਕਰਦੇ ਹਾਂ, ਇਹ ਉਸ ਤਰ੍ਹਾਂ ਬੇਹਮਦਰਦੀ ਨਾਲ ਯਾਦ ਕਰਦੇ ਆ।
ਇਸ ਵਾਸਤੇ ਅੱਜ ਨਾ ਫੇਰ ਜੋ ਬਹਾਨਾ ਬਣਾਇਆ ਕਰੋਨਾ ਦਾ, ਬਿਮਾਰੀ ਦਾ, ਇਹ ਬਹੁਤ ਘੱਟ ਹੈ। ਮੈਂ ਕਹਿੰਦਾ ਦਾਅਵੇ ਨਾਲ ਕਿ ਜੇਕਰ ਇਹ ਲੋਕ ਇਸ ਤਰ੍ਹਾਂ ਨਾ ਕਰਨ ਤੇ ਸੰਸਾਰ ਦੇ ਵਿੱਚ ਅਮਨ ਔਰ ਸ਼ਾਂਤੀ ਪੈਦਾ ਹੋ ਸਕਦੀ ਹੈ, ਰਹਿ ਸਕਦੀ ਹੈ। ਇਹ ਇਹਨਾਂ ਦੀ ਮਰਜ਼ੀ ਹੈ ਸਿੱਖ ਕੌਮ ਦੇ ਨਾਲ ਕਿਵੇਂ ਵਰਤਣਾ ਹੈ, ਕਿਵੇਂ ਨਹੀਂ ਵਰਤਣਾ, ਇਹ ਹੁਣ ਅੱਗੇ ਸਮਾਂ ਦੱਸੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਰਾਜ ਸਿੰਘ ਜੀ ਹੋਰਾਂ ਨੇ ਅੰਦਰ ਦੇ ਜੋ ਹਾਲਾਤ ਸੀ, ਕਿਹੋ ਜਿਹਾ ਉਹ ਭੀੜਾ ਵਾਲਾ ਸਮਾਂ ਸੀਗਾ, ਅੱਤ ਦੀ ਗਰਮੀ ਸੀ, ਪ੍ਰਸ਼ਾਦੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀਗਾ। ਔਰ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਰਾਵਾਲੇ ਵੱਲੋਂ ਜਿਵੇਂ ਜਿਵੇਂ ਡਿਊਟੀਜ਼ ਲਗਾਈਆਂ ਗਈਆਂ, ਆਪਣੀਆਂ ਆਪਣੀਆਂ ਸੇਵਾਵਾਂ ਸਾਰੇ ਸਿੱਖ ਸੂਰਮੇ ਦਿੰਦੇ ਰਹੇ। ਔਰ ਜੋ ਕੁਝ ਕਿਵੇਂ ਕਿਵੇਂ ਫੌਜ ਹਮਲਾ ਕਰਦੀ ਰਹੀ, ਕਿਹੜੇ ਕਿਹੜੇ ਸਮੇਂ 'ਤੇ ਹਮਲੇ ਹੋਏ, ਕਦੋਂ ਕਦੋਂ ਕਮਾਂਡੋ ਨੇ ਅੰਦਰ ਐਂਟਰ ਕੀਤਾ ਔਰ ਕਦੋਂ ਟੈਂਕਾਂ ਤੋਪਾਂ ਜਿਹੜੀਆਂ ਨੇ ਉਹ ਅੰਦਰ ਪ੍ਰਵੇਸ਼ ਕੀਤੀਆਂ। ਔਰ 6 ਜੂਨ ਨੂੰ ਇਹ ਸਾਰਾ ਜਿਹੜਾ ਭਾਣਾ ਵਾਪਰਦਾ ਹੈ, ਉਹਦੇ ਬਾਰੇ ਆਪਾਂ ਜਾਣਕਾਰੀ ਜਿਹੜੀ ਹਾਸਲ ਕੀਤੀ ਹੈ। ਸੋ ਹੋਰ ਵੀ ਇਸ ਸਬੰਧ ਦੇ ਵਿੱਚ, ਕਿਉਂਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਜਿਹੜਾ ਸ਼ਹੀਦੀ ਹਫ਼ਤਾ ਆ, ਇਸ ਸੰਬੰਧੀ ਹੋਰ ਵੀ ਜਿਹੜੀ ਜਾਣਕਾਰੀ ਹੈਗੀ ਹੈ, ਉਸ ਵੇਲੇ ਦੇ ਜਿਹੜੇ ਚਸ਼ਮਦੀਦ ਦੇ ਗਵਾਹ ਹੋਣਗੇ ਉਹਨਾਂ ਦੇ ਨਾਲ ਆਪਣਾ ਰਾਬਤਾ ਕਾਇਮ ਕਰਕੇ ਅਸੀਂ ਅਕਾਲ ਚੈਨਲ ਦੇ ਮਾਧਿਅਮ ਦੇ ਰਾਹੀਂ ਆਪ ਜੀ ਦੇ ਨਾਲ ਸਾਂਝਾ ਕਰਦੇ ਰਵਾਂਗੇ। ਸੋ ਜੁੜੇ ਰਹੋ ਅਕਾਲ ਚੈਨਲ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।